बीजेपी की केंद्र सरकार में मंत्री जतिंदर सिंह व महासचिव तरुण चुग द्वारा पत्रकारों को संबोधित करते हुए कहा कि कांग्रेस, अकाली दल व आप पार्टी झूठ की राजनीति कर किसानों को भड़का रहे हैं। मोहाली के निजी कॉलेज में अभी यह संवाद शुरू ही हुआ था कि इतने में किसानों ने कॉलेज को चारों तरफ से घेर लिया व भाजपा के खिलाफ नारेबाजी शुरू कर दी। सुरक्षा कारणों के चलते संवाद को बीच में ही रोकना पड़ा व भाजपा कार्यकर्ताओं को दूसरे गेट बाहर निकालना पड़ा। वर्चुअल कॉन्फ्रेंस के बारे में जानकारी देते हुए भाजपा के जिला उप प्रधान अरुण शर्मा। मैं अरुण शर्मा, साबका काउंसलर और जिले का मीत प्रधान भारतीय जनता पार्टी जिला मोहाली। ਅਨੁਜ ਸ਼ਰਮਾ ਜਿਹੜੀ ਅੱਜ ਇਹ ਤੁਹਾਡੀ ਵਰਚੁਅਲ ਪ੍ਰੈਸ ਕਮ ਰੈਲੀ ਸੀਗੀ, ਪ੍ਰੈਸ ਮੀਟ ਕਮ ਰੈਲੀ, ਉਹਦਾ ਕੀ ਕਾਰਨ ਕੀ ਸੀਗਾ ਜੀ? ਇਹ ਕਿਸਾਨ ਬਿੱਲਾਂ ਨੂੰ ਲੈ ਕੇ ਕਰੀ ਗਈ ਹੈ ਔਰ ਤਾਂ ਕਿ ਜਿਹੜੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ ਔਰ ਪੰਜਾਬ ਦੇ ਜਿਹੜੇ ਪੱਤਰਕਾਰ ਭਾਈ ਨੇ ਉਹਨਾਂ ਨੂੰ ਸਾਰੀ ਜਾਣਕਾਰੀ ਦਿੱਤੀ ਜਾ ਸਕੇ ਕਿ ਕਿਸਾਨ ਬਿੱਲ ਹੈ ਕੀ ਨੇ। ਸੋ ਉਹਦੇ 'ਚ ਸਾਡੇ ਮੰਤਰੀ ਜਿਹੜੇ ਸੀਗੇ ਜਤਿੰਦਰ ਸਿੰਘ ਜੀ ਸ਼ਾਮਲ ਹੋਏ, ਜੋ ਸਟੇਟ ਮਿਨਿਸਟਰ ਨੇ ਪੀਐਮਓ ਦੇ ਨਾਲ। ਉਹਨਾਂ ਵੱਲੋਂ ਜਿਹੜੀ ਇਹ ਪ੍ਰੈਸ ਕਾਨਫਰੰਸ ਔਰ ਜਿਹੜੀ ਅਰੁਣ ਸ਼ਰਮਾ ਜਿਹੜੀ ਇਹ ਤੁਹਾਡੀ ਪ੍ਰੈਸ ਵਰਚੁਅਲ ਰੈਲੀ ਸੀਗੀ, ਇਹਦੇ ਬਾਰੇ ਤੁਸੀਂ ਲੋਕਲ ਪੁਲਿਸ ਜਾਂ ਪ੍ਰਸ਼ਾਸਨ ਨੂੰ ਇਨਫੋਰਮ ਕੀਤਾ ਸੀਗਾ ਪਹਿਲੇ? ਬਿਲਕੁਲ ਕਰਿਆ ਸੀਗਾ ਜੀ। ਅੱਜ ਜਿਵੇਂ ਤੁਹਾਨੂੰ ਘਿਰਾਵ ਕੀਤਾ ਗਿਆ ਤੁਹਾਡਾ ਕਿਸਾਨਾਂ ਵੱਲੋਂ ਇੱਧਰ, ਤੇ ਉਹਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਅੱਗੇ ਕੀ ਤੁਹਾਡੇ ਨਾਲ ਕੋਈ ਅਪਰੀय ਘਟਨਾ ਵਾਪਰ ਸਕਦੀ ਹੈ ਜਾਂ ਕੀ? ਨਹੀਂ, ਸਾਡਾ ਫਰਜ਼ ਸੀਗਾ ਜਾਣਕਾਰੀ ਦੇਣਾ। ਬਾਕੀ ਗੱਲ ਇਹ ਹੈ ਵੀ ਧਮਕੀਆਂ ਤਾਂ ਸਾਰਿਆਂ ਨੂੰ ਆ ਰਹੀਆਂ ਔਰ ਪ੍ਰਸ਼ਾਸਨ ਦੇ ਸੰਪਰਕ ਦੇ ਵਿੱਚ ਵੀ ਹੈਗੇ ਸਾਡੇ ਕਾਰਜਕਰਤਾ। ਅਰੁਣ ਸ਼ਰਮਾ ਜੀ, ਤੁਹਾਡਾ ਕੇਂਦਰ ਦੀ ਸਰਕਾਰ ਨਾਲ ਜਿਹੜਾ ਕੋਈ ਤਾਲਮੇਲ ਹੈਗਾ ਜੀ? ਬਿਲਕੁਲ ਹੈਗਾ ਜੀ, ਇਹ 'ਚ ਕੋਈ ਸ਼ੱਕ ਹੈ ਨਹੀਂ ਸਰ? ਕੋਈ ਸ਼ੱਕ ਹੈ? ਉਹਦੇ ਵਿੱਚ ਤੁਸੀਂ ਕਿਸਾਨਾਂ ਦਾ ਮੁੱਦਾ ਉਹਨਾਂ ਤੱਕ ਪਹੁੰਚਾਇਆ ਨਹੀਂ ਕਿ ਪੰਜਾਬ 'ਚ ਜੋ ਹਾਲਾਤ ਬਣੇ ਹੋਏ ਨੇ ਇਸ ਵੇਲੇ, ਤੇ ਉਹਦੇ ਬਾਰੇ ਤੁਸੀਂ ਕੇਂਦਰ ਸਰਕਾਰ ਜਾਂ ਕੋਰ ਕਮੇਟੀ ਨਾਲ ਕੋਈ ਮੀਟਿੰਗ ਵਗੈਰਾ ਕੀਤੀ ਹੈ? ਕਿਉਂਕਿ ਪਿਛਲੇ ਦਿਨਾਂ 'ਚ ਤੁਹਾਡੇ ਕੋਰ ਕਮੇਟੀ ਦੇ ਜਿਹੜੇ ਜਨਰਲ ਸੈਕਟਰੀ ਸੀਗੇ ਮਲਵਿੰਦਰ ਸਿੰਘ ਮੇਰੇ ਕੰਗ, ਉਹਨਾਂ ਨੇ ਵੀ ਰਿਜ਼ਾਈਨ ਕਰਤਾ ਆਪਣੀ ਉਹ ਤੋਂ। ਨਹੀਂ, ਉਹਨਾਂ ਨੇ ਕੋਈ ਆਪਣੇ ਪਰਸਨਲ ਉਹਦੇ ਕਰਕੇ ਕਰਿਆ ਹੋਣਾ। ਮਗਰ ਉਹਨਾਂ ਨੇ ਤਾਂ ਓਪਨਲੀ ਇਹ ਗੱਲ ਕਹੀ ਹੈ ਕਿ ਮੇਰੀ ਕੋਰ ਕਮੇਟੀ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਮੇਰੀ ਸੁਣਦੀ ਨਹੀਂ ਪਈ। ਮੰਤਰੀ ਜੀ ਜਿਹੜੇ ਤੁਹਾਡੇ ਹੈਗੇ ਨੇ ਉਹਨਾਂ ਨਾਲ ਵੀ ਗੱਲ ਹੋਈ ਸੀ, ਉਹ ਕਹਿੰਦੇ ਕਿ ਅਸੀਂ ਕੋਈ ਉਹ ਨਹੀਂ ਕਰਾਂਗੇ ਇਹਦੇ ਵਿੱਚ। ਐਸੀ ਕੋਈ ਗੱਲ ਨਹੀਂ ਹੈਗੀ। ਬੀਜੇਪੀ ਪਾਰਟੀ ਜਿਹੜੀ ਹੈਗੀ ਹੈ ਉਹ ਵਰਕਰਾਂ ਦੀ ਪਾਰਟੀ ਹੈ, ਕਾਰਜਕਰਤਾਵਾਂ ਦੀ ਪਾਰਟੀ ਹੈ। ਉਹ 'ਚ ਵਰਕਰਾਂ ਦੀ ਨਹੀਂ ਸੁਣੀ ਜਾਊਗੀ ਤਾਂ ਕਿਹਦੀ ਸੁਣੀ ਜਾਊਗੀ? ਤੇ ਜਿਵੇਂ ਹੁਣ ਕੇਂਦਰ ਸਰਕਾਰ ਆ ਤੁਹਾਡੀ, ਕਿਸਾਨ ਕਹਿੰਦੇ ਨੇ ਕਿ ਅਸੀਂ ਫਾਇਦਾ ਨਹੀਂ ਲੈਣਾ, ਮਗਰ ਕੇਂਦਰ ਸਰਕਾਰ ਤੁਹਾਡੀ ਜ਼ਬਰਦਸਤੀ ਕਹਿ ਰਹੀ ਹੈ ਕਿਸਾਨਾਂ ਨੂੰ ਕਿ ਅਸੀਂ ਫਾਇਦਾ ਦੇਣਾ ਹੀ ਦੇਣਾ ਤੁਹਾਨੂੰ। ਤੇ ਇਹਦੇ ਵਿੱਚ ਜੇ ਕਿਸਾਨ ਨਹੀਂ ਜਾਂਦੇ ਤੇ ਤੁਸੀਂ ਕਿਉਂ ਜ਼ਬਰਦਸਤੀ ਮਤਲਬ ਇਹ ਜਿਹੜੇ ਹੈਗੇ ਨੇ ਤੁਹਾਡੀ ਸਰਕਾਰ ਨੇ ਲਾਗੂ ਕੀਤੇ ਨੇ ਆਰਡੀਨੈਂਸ? ਨਹੀਂ, ਇਹ ਜਿਹੜਾ ਬਿੱਲ ਜਿਹੜਾ ਪਾਸ ਹੋਇਆ ਇਹਦੇ 'ਚ ਸਾਰੇ, ਕਿਉਂਕਿ ਹਿੰਦੁਸਤਾਨ ਦੇ ਸਾਰੇ ਸੰਸਦ ਜਿਹੜੇ ਆ ਉਹ ਲੋਕ ਸਭਾ 'ਚ ਇਕੱਠੇ ਹੁੰਦੇ ਨੇ। ਲੋਕ ਸਭਾ 'ਚ ਇਕੱਠੇ ਹੁੰਦੇ ਆ, ਉਹ ਆਪਣੇ ਹਿੰਦੁਸਤਾਨ ਦਾ ਆਧਾਰ ਨੇ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਬਿੱਲ ਜਿਹੜਾ ਪਾਸ ਹੋਇਆ। ਔਰ ਜਦੋਂ ਬਿੱਲ ਪਾਸ ਹੋਇਆ ਤਾਂ ਇਹਦਾ ਮਤਲਬ ਇਹ ਹੈ ਕਿ ਸਾਰੀਆਂ ਪਾਰਟੀਆਂ ਚਾਹੁੰਦੀਆਂ ਸੀਗੀ ਕਿ ਬਿੱਲ ਪਾਸ ਹੋਵੇ, ਕਿਉਂਕਿ 2013 ਦੇ ਵਿੱਚ ਤਾਂ ਕਾਂਗਰਸ ਵਾਲੇ ਖੁਦ ਹੀ ਬਿੱਲ ਪਾਸ ਕਰ ਚੁੱਕੇ। ਉਹ ਕਿਹੜੇ ਮੂੰਹ ਨਾਲ ਵਿਰੋਧ ਕਰ ਰਹੇ ਆ? ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਉਸ ਟਾਈਮ ਚੰਗਾ ਲੱਗਦਾ ਸੀ, ਹੁਣ ਮਾੜਾ ਲੱਗਦਾ। ਉਦੋਂ ਕਿਉਂ ਚੰਗਾ ਲੱਗ ਰਿਹਾ ਸੀ ਉਹਨਾਂ ਨੂੰ? ਸੋ ਕਿਸਾਨਾਂ ਦੀ ਗੱਲ ਨਹੀਂ ਕਰ ਰਹੇ, ਹੁਣ ਉਹ ਸਿਰਫ ਲੋਕਾਂ ਨੂੰ ਭੜਕਾਉਣ ਦੀ ਗੱਲ ਕਰ ਰਹੇ, ਜੋ ਗਲਤ ਹੈ। ਏਦਾਂ ਦਾ ਹਰਕਤ ਨਹੀਂ ਕਰਨੀ ਨਿਕਲ ਸਕੇ ਔਰ ਲੋਕਾਂ ਨੂੰ ਜਿਹੜੀ ਰਾਹਤ ਮਿਲ ਸਕੇ। ਪਿਛਲੇ ਦਿਨਾਂ 'ਚ ਕਿਸਾਨਾਂ ਨੂੰ ਦਿੱਲੀ ਬੁਲਾਇਆ ਗਿਆ ਸੀਗਾ, ਮਗਰ ਉਧਰ ਬੁਲਾ ਕੇ ਉਹ ਕਿਸਾਨ ਕਹਿੰਦੇ ਕਿ ਸਾਡੀ ਬੇਇੱਜ਼ਤੀ ਕਰ ਦਿੱਤੀ, ਸਾਨੂੰ ਪੀਐਮ ਸਾਹਿਬ ਨੇ ਬੁਲਾ ਕੇ ਮਤਲਬ ਮਿਲੇ ਨਹੀਂ ਸਾਨੂੰ। ਉਹ ਇਸ ਤਰ੍ਹਾਂ ਸੀਗਾ ਕਿਉਂਕਿ ਸਾਡੇ ਜਿਹੜੇ ਕੋਰ ਕਮੇਟੀ ਦੇ ਮੈਂਬਰ ਨੇ, ਮੰਤਰੀ ਸਾਬਕਾ ਮੰਤਰੀ ਸੁਰਜੀਤ ਜਾਨੀ ਜੀ, ਉਹਨਾਂ ਨੇ ਬਿਆਨ ਵੀ ਦਿੱਤਾ ਸੀਗਾ, ਉਹਨਾਂ ਨੇ ਪ੍ਰੈਸ 'ਚ ਇੰਟਰਵਿਊ ਵੀ ਦਿੱਤੀ ਸੀ। ਉਹਨਾਂ ਨੇ ਕਿਹਾ ਸੀਗਾ ਕਿ ਪਹਿਲੀ ਮੁਲਾਕਾਤ ਦੇ ਵਿੱਚ ਜਿਹੜੇ ਸੈਕਟਰੀ ਸਾਹਿਬ ਨੇ ਖੇਤੀਬਾੜੀ ਦੇ, ਉਹ ਗੱਲ ਕਰਨਗੇ, ਉਹ ਜਿਹੜਾ ਖਰੜਾ ਕਿਸਾਨ ਲੈ ਕੇ ਜਾਣਗੇ ਉਹਨੂੰ ਉਹ ਪੜ੍ਹਨਗੇ, ਪੜ੍ਹਨ ਤੋਂ ਬਾਅਦ ਉਹ ਫਿਰ ਮੰਤਰੀ ਜੀ ਨਾਲ ਗੱਲ ਕਰਨਗੇ। ਜਿਹੜੀ ਦੂਸਰੀ ਮੀਟਿੰਗ ਹੋਊਗੀ ਉਹਦੇ 'ਚ ਮੰਤਰੀ ਵੀ ਬੈਠਣਗੇ, ਜੇ ਕਿਸੇ ਹੋਰ ਬੰਦੇ ਦੀ ਲੋੜ ਹੋਈ ਉਹ ਵੀ ਬੈਠਣਗੇ। ਮੈਨੂੰ ਲੱਗਦਾ ਕਿਤੇ ਨਾ ਕਿਤੇ ਮਿਸਅੰਡਰਸਟੈਂਡਿੰਗ ਹੋਣ ਕਰਕੇ ਜਿਹੜੀ ਇਹ ਮੀਟਿੰਗ ਹੈ ਜਿਹੜੀ ਇਹ ਸਫਲ ਨਹੀਂ ਹੋ ਸਕੀ।
लेकिन मैं समझदा कि दोबारा कोशिश जरूर करनी चाहिए है, चाहे वो किसान होण चाहे बीजेपी के लीडर होण, उन्होंने एक कोशिश जरूर करनी चाहिए है ताकि जिहड़ा मसले का हल जल्दी से जल्दी निकल सके। नरेंद्र मोदी मुर्दाबाद, मोदी सरकार मुर्दाबाद, दिल्ली और पंजाब को लूटने के लिए बन रहा है। किसान को भी ये आर्थिक तौर पर कमज़ोर करेंगे, पंजाब को भी कमज़ोर करेंगे। दोनों को कमज़ोर करके ये पंजाब की आर्थिक हालत को ख़राब करने की इनकी एक चाल है। हम जब दिल्ली गए थे तो किसी ने बात नहीं पूछी। आम करके होता कि जब कोई इंडस्ट्री लगती है, कोई नई चीज़ बनती है तो पब्लिक से विचार दिए जाते हैं, उनको पूरा टाइम दिया जाता है। लेकिन इन्होंने ये सारा काम चोरी चोरी से किया है और किसी को भी भिनक नहीं पड़ने दी। आज भी वो जहाँ पे मीटिंग चल रही है इसका भी किसी को गांव में भी पता नहीं था। हमको भी बाद में ऐसी कुछ प्राइवेट सोर्सेज से पता लगा कि यहाँ पे लोग आ रहे हैं, बीजेपी के इकट्ठे हो रहे हैं, शायद कोई इनका फंक्शन हो, तब हम आए। अगर हमारे को ये सुबह पता चल जाता तो हम दोनों गेट बंद करके और अपने जो बाकी अहदेदार हैं उनको यहाँ पे इकट्ठे करके इस बिल्डिंग को चारों तरफ से घेर देते। वहाँ पे डॉक्टर जितेंद्र जो केंद्रीय मंत्री, उन्होंने ये कहना है कि कैप्टन अमरिंदर सरकार ने 90,000 करोड़ का किसानों को रिलीफ फंड कहा था, तो उस बारे में उन्होंने कुछ अभी तक नहीं किया। वो रिजोल्यूशन में पास हुआ है कि नहीं हुआ, इस बारे में आपको क्या जानकारी है? जो रिजोल्यूशन बिल में पास हुआ 90,000 करोड़ किसान को माफ़ करेगी कैप्टन अमरिंदर सरकार? कैप्टन अमरिंदर सरकार तो ने माफ़ नहीं किया, लेकिन ये आपकी एक रिपोर्ट है। हमारी रणजीत सिंह घुम्मन अर्थशास्त्री थे, बादल साहब ने ये शायद कमीशन बनाया था। उसकी रिपोर्ट है कि 1967 से लेकर 2007 तक कर 61,000 करोड़ से ऊपर का फ़र्क जो पड़ा है पंजाब के किसानों को, वो इंटरनेशनल मार्केट की बजाय पंजाब से कम दाम पे उपज लेने के इवज़ में पड़ा है।